ਸਭ ਤੋਂ ਪਹਿਲਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਗ੍ਰੀਨ ਬੈਲਟ ਸਕੈਂਡਲ ਦੀ। ਜੀ ਹਾਂ, ਡੂ ਵੀ ਸਟਿਲ ਵਾਂਟ ਟੂ ਮੈਂਸ਼ਨ ਦਿਸ ਐਜ਼ ਅ ਸਕੈਂਡਲ, ਕਿਉਂਕਿ ਪ੍ਰੀਮੀਅਰ ਡਗ ਫੋਰਡ ਹੀ ਫਾਈਨਲੀ ਰਿਵਰਸਡ ਹਿਸ ਡਿਸੀਜਨ। ਡਗ ਫੋਰਡ ਹੋਣਾ ਨੇ ਆਪਣਾ ਫੈਸਲਾ ਜਿਹੜਾ ਹੈਗਾ ਉਹ ਬਦਲ ਲਿਆ ਹੈਗਾ। ਜੇ ਤੁਹਾਨੂੰ ਯਾਦ ਹੋਏ ਕਿ ਗ੍ਰੀਨ ਬੈਲਟ ਕੰਟਰੋਵਰਸੀ ਜਾਂ ਸਕੈਂਡਲ ਕਿਸ ਸਮੇਂ ਬਣਿਆ, ਉਸ ਸਮੇਂ ਬਣਿਆ ਜਦੋਂ ਕਿ ਵੈਸੇ ਤਾਂ ਆਪੋਜੀਸ਼ਨ ਬੜੀ ਦੇਰ ਦੀ ਇਹਨੂੰ ਗੱਲ ਕਰ ਰਹੀ ਸੀਗੀ ਕਿ ਸਾਨੂੰ ਗ੍ਰੀਨ ਬੈਲਟ ਦੇ ਵਿੱਚੋਂ 7400 ਹੈਕਟਰਸ ਜਿਹੜੀ ਜ਼ਮੀਨ ਆ ਓਪਨ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰੀਮੀਅਰ ਡਗ ਫੋਰਡ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਘਰ ਬਣਾਉਣਾ ਚਾਹੁੰਦੇ ਹੈਗੇ ਆ, 1.5 ਮਿਲੀਅਨ ਹੋਮਸ ਅਗਲੇ ਕੁਝ ਸਾਲਾਂ 'ਚ ਬਣਾਉਣੇ ਹੈਗੇ ਆ। 15 ਲੱਖ ਘਰ ਬਣਾਉਣ ਵਾਸਤੇ ਸਾਨੂੰ ਗ੍ਰੀਨ ਬੈਲਟ ਦੇ ਵਿੱਚੋਂ 7400 ਜਿਹੜੇ ਹੈਕਟਰ ਜ਼ਮੀਨ ਖੋਲ੍ਹਣ ਦੀ ਜ਼ਰੂਰਤ ਹੈ, ਔਰ ਉਹਦੇ ਬਦਲੇ 9400 ਹੈਕਟਰਸ ਅਸੀਂ ਕਿਤੇ ਹੋਰ ਦੇ ਰਹੇ ਹਾਂ। ਹੁਣ ਇਸ ਮਾਮਲੇ ਦੇ ਵਿੱਚ ਕੀ ਹੋਇਆ ਕਿ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿ ਕਿਆ ਜ਼ਮੀਨ ਓਪਨ ਅਪ ਕਰਨ ਦੀ ਜ਼ਰੂਰਤ ਹੈ। ਜੋ ਬਾਅਦ ਦੇ ਵਿੱਚ ਮਾਮਲਾ ਬਾਹਰ ਆਇਆ ਉਸ ਦੇ ਤਹਿਤ ਇਹ ਗੱਲ ਸਾਹਮਣੇ ਆਈ ਕਿ ਨਹੀਂ, ਇਹਦੇ ਵਿੱਚ ਜ਼ਮੀਨ ਸਾਨੂੰ ਓਪਨ ਅਪ ਕਰਨ ਦੀ ਜ਼ਰੂਰਤ ਨਹੀਂ ਹੈ। ਔਰ ਆਡੀਟਰ ਜਨਰਲ ਬੋਨੀ ਲਿਸਕ ਨੇ ਜਦੋਂ ਇੱਕ ਰਿਪੋਰਟ ਪੇਸ਼ ਕੀਤੀ ਵਿਚ ਵਾਜ਼ ਅ ਵੈਰੀ ਡੈਮੇਜਿੰਗ ਰਿਪੋਰਟ, ਆਡੀਟਰ ਜਨਰਲ ਬੋਨੀ ਲਿਸਕ ਦੀ ਰਿਪੋਰਟ, ਜਿਸ ਵਿੱਚ ਇਹ ਸਾਫ਼ ਕਿਹਾ ਗਿਆ ਕਿ ਨਹੀਂ, ਸਾਨੂੰ ਗ੍ਰੀਨ ਬੈਲਟ ਖੋਲ੍ਹਣ ਦੀ ਜ਼ਰੂਰਤ ਨਹੀਂ ਹੈ, ਸਾਡੇ ਕੋਲ ਜਗ੍ਹਾ ਹੈਗੀ ਹੈ। ਲੇਕਿਨ ਇਸ ਤੋਂ ਵੀ ਜ਼ਿਆਦਾ ਡੈਮੇਜਿੰਗ ਸੀਗਾ ਉਸ ਰਿਪੋਰਟ ਦੇ ਵਿੱਚ ਕਿ ਲਗਭਗ $8.2 ਬਿਲੀਅਨ ਦਾ ਫਾਇਦਾ ਡਿਵੈਲਪਰਸ ਨੂੰ ਹੋ ਰਿਹਾ ਸੀ, ਜਿਨ੍ਹਾਂ ਦੀ ਜ਼ਮੀਨ ਸੀਗੀ ਉਹਨਾਂ ਨੂੰ ਫਾਇਦਾ ਹੋ ਰਿਹਾ ਸੀਗਾ। ਸੋ ਇਹ ਤੋਂ ਬਾਅਦ ਸਵਾਲ ਖੜੇ ਕੀਤੇ ਗਏ ਕਿ ਇਹ ਕਿੱਦਾਂ ਸਾਰੀ ਅਲਾਟਮੈਂਟ ਹੋਈ ਹੈ। ਔਰ ਇਸ ਦਰਮਿਆਨ ਅਸੀਂ ਜਾਣਦੇ ਹਾਂ ਕਿ ਸਾਡੇ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਦੇ ਜਿਹੜੇ ਚੀਫ ਆਫ ਸਟਾਫ ਨੇ, ਪਹਿਲਾਂ ਉਹਨਾਂ ਦਾ ਰੈਜ਼ਿਗਨੇਸ਼ਨ ਆਉਂਦਾ ਹੈ। ਲਗਾਤਾਰ ਮੀਡੀਆ ਵੱਲੋਂ, ਆਪੋਜੀਸ਼ਨ ਵੱਲੋਂ ਪ੍ਰੈਸ਼ਰ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਲਗਾਤਾਰ ਜਵਾਬ ਦੇ ਰਹੇ ਨੇ, ਲੇਕਿਨ ਫਿਰ ਇਸਤੀਫਾ ਆਇਆ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਹੋਣਾ ਦਾ। ਵੈਸੇ ਤੇ ਓਨਟਾਰੀਓ ਦੇ ਜਿਹੜੇ ਇੰਟੈਗ੍ਰਿਟੀ ਕਮਿਸ਼ਨਰ ਹੈਗੇ ਨੇ ਜੇ ਬਲੇਕ, ਉਹਨਾਂ ਦੁਆਰਾ ਵੀ ਜਿਹੜੀ ਇੰਟੈਗ੍ਰਿਟੀ ਕਮਿਸ਼ਨਰ ਨੇ ਵੀ ਆਪਣੀ ਰਿਪੋਰਟ ਜਾਰੀ ਕੀਤੀ, ਉਹ ਵੀ ਬੜੀ ਡੈਮੇਜਿੰਗ ਸੀਗੀ। ਸੋ ਆਡੀਟਰ ਜਨਰਲ ਦੀ ਇੱਕ ਰਿਪੋਰਟ, ਇੰਟੈਗ੍ਰਿਟੀ ਕਮਿਸ਼ਨਰ ਸਾਡੇ ਓਨਟਾਰੀਓ ਦੀ ਇੱਕ ਰਿਪੋਰਟ, ਇਹਨਾਂ ਦੋਨੋਂ ਰਿਪੋਰਟਸ ਤੋਂ ਬਾਅਦ 3 ਇਸਤੀਫੇ ਹੋਏ ਬੈਕ ਟੂ ਬੈਕ। ਦਾ ਫਸਟ ਰੈਜ਼ਿਗਨੇਸ਼ਨ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਹੈ ਚੀਫ ਆਫ ਸਟਾਫ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦਾ, ਫਿਰ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਨੂੰ ਇਸਤੀਫਾ ਦੇਣਾ ਪਿਆ। ਔਰ ਉਸ ਤੋਂ ਬਾਅਦ ਰਸ਼ੀਦ ਕਲੀਦ, ਉਹਨਾਂ ਨੂੰ, ਸਾਡੇ ਇੱਥੇ ਮਿਸੀਸਾਗਾ ਤੋਂ MPP ਹੈਗੇ ਨੇ ਰਸ਼ੀਦ ਕਲੀਦ, ਉਹਨਾਂ ਨੂੰ ਇਸਤੀਫਾ ਦੇਣਾ ਪਿਆ ਹੈਗਾ। ਔਰ ਅਸੀਂ ਦੱਸ ਦਈਏ ਕਿ ਸਮਾਲ ਬਿਜ਼ਨਸ ਔਰ ਸਰਵਿਸ ਦੇ ਮਿਨਿਸਟਰ ਨੇ। ਸੋ ਕਿਉਂ ਉਹਨਾਂ ਨੂੰ ਇਸਤੀਫਾ ਦੇਣਾ ਪਿਆ? ਕਿਉਂਕਿ ਜੋ ਇੰਟੈਗ੍ਰਿਟੀ ਕਮਿਸ਼ਨਰ ਦੇ ਸਾਹਮਣੇ ਗੱਲਬਾਤ ਹੋਈ ਉਹਦੇ ਵਿੱਚ ਡਿਸਕ੍ਰਿਪੈਂਸੀਜ਼ ਪਾਈਆਂ ਗਈਆਂ। ਕਿਉਂਕਿ ਲਾਸ ਵੇਗਸ ਦੇ ਇੱਕ ਸਪਾ ਦੇ ਵਿੱਚ ਮਸਾਜ ਜਦੋਂ ਕਰਾਈ ਜਾ ਰਹੀ ਸੀਗੀ, ਤਾਂ ਕਿਆ ਇਹ ਕੋਇਨਸੀਡੈਂਸ ਸੀਗਾ ਕਿ ਉੱਥੇ ਸਾਰੇ ਜਣੇ ਜਾਂ ਡਿਵੈਲਪਰ ਉੱਥੇ ਇਕੱਠੇ ਹੋ ਗਏ, ਜਾਂ ਵਾਕਈ ਇਹਦੇ ਵਿੱਚ ਕੋਈ ਹਕੀਕਤ ਸੀਗੀ? ਸੋ ਇਸ ਤਰ੍ਹਾਂ ਦੇ ਸਵਾਲ ਉੱਥੇ ਖੜੇ ਹੋ ਗਏ। ਖੈਰ, 2 ਕੈਬਨਿਟ ਮਿਨਿਸਟਰ ਔਰ 1 ਚੀਫ ਆਫ ਸਟਾਫ ਦਾ ਇਸਤੀਫਾ। ਉਸ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੋਣਾ ਨੇ ਐਲਾਨ ਕਰ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਕਿ ਉਹ ਗ੍ਰੀਨ ਬੈਲਟ ਜਿਹੜੀ ਓਪਨ ਅਪ ਕਰ ਰਹੇ ਸੀਗੇ ਘਰ ਬਣਾਉਣ ਵਾਸਤੇ, ਹੀ ਵਾਜ਼ ਓਪਨਿੰਗ ਅਪ ਦ ਗ੍ਰੀਨ ਬੈਲਟ ਸਪੇਸ, ਹੀ ਇਜ਼ ਗੋਇੰਗ ਟੂ ਰਿਵਰਸ ਦ ਡਿਸੀਜਨ। ਨਾਟ ਓਨਲੀ ਦਿਸ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੋਣਾ ਨੇ ਐਕਨੋਲੇਜ ਕੀਤਾ ਇਟ ਵਾਜ਼ ਅ ਮਿਸਟੇਕ, ਆਲਮੋਸਟ ਹੀ ਅਪੋਲੋਜਾਈਜ਼ਡ ਐਂਡ ਹੀ ਸੈਡ ਹੀ ਸ਼ੁਡ ਹੈਵ ਮੇਡ ਕਲੀਅਰ ਕਿ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਹੋਣ, ਪਰ ਐਸਾ ਨਹੀਂ ਹੋਇਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੋਣਾ ਦੇ ਕੈਬਨਿਟ ਮਿਨਿਸਟਰਸ ਨੂੰ ਇਸਤੀਫਾ ਦੇਣਾ ਪਿਆ, ਇੱਕ ਚੀਫ ਆਫ ਸਟਾਫ ਨੂੰ ਇਸਤੀਫਾ ਦੇਣਾ ਪਿਆ। ਸੋ ਓਬਵੀਅਸਲੀ ਹੀ ਡਿਡਨਟ ਓਵਰਸੀ ਦ ਥਿੰਗਸ ਵੈਲ। ਔਰ ਪ੍ਰੀਮੀਅਰ ਡਗ ਫੋਰਡ ਹੋਣਾ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਕਿਹਾ ਸੀਗਾ, ਪ੍ਰੋਮਿਸ ਕੀਤਾ ਸੀਗਾ ਹੀ ਵਿਲ ਨਾਟ ਓਪਨ ਅਪ ਦ ਗ੍ਰੀਨ ਬੈਲਟ, ਐਂਡ ਦੈਨ ਹੀ ਡਿਡ ਦੈਟ। ਪ੍ਰੋਸੈਸ ਠੀਕ ਨਹੀਂ ਸੀਗਾ, ਸੋ ਜਿਹਦੇ ਕਾਰਨ ਉਹਨਾਂ ਨੇ ਮਾਫੀ ਮੰਗੀ ਕਿ ਇਟ ਵਾਜ਼ ਅ ਮਿਸਟੇਕ, ਹੁਣ ਇਹ ਨਹੀਂ ਹੋਏਗਾ। ਯਾਦ ਰਹੇ ਕਿ ਜਦੋਂ ਇੱਕ ਖਬਰ ਬਾਹਰ ਆ ਰਹੀ ਸੀਗੀ, ਆਡੀਟਰ ਜਨਰਲ ਜਦ ਇਹ ਰਿਪੋਰਟ ਜਾਰੀ ਕਰ ਰਹੇ ਸੀਗੇ, ਤਾਂ ਉਸ ਟਾਈਮ ਮੈਂ ਸਵੇਰੇ ਰੇਡੀਓ ਤੇ ਸੀਗਾ। ਮੈਂ ਕਿਹਾ ਸੀ ਅੱਜ ਜਿਹੜੀ ਖਬਰ ਆਏਗੀ, ਸੋ ਇਹ ਇੱਕ ਦਿਨ ਦੀ ਨਿਊਜ਼ ਨਹੀਂ ਹੈ, ਇਹ ਕੁਝ ਹਫ਼ਤੇ ਜਾਂ ਕੁਝ ਪੋਸੀਬਲੀ ਫਿਊ ਮੰਥਸ ਵੀ ਇਹ ਖਬਰ ਚੱਲ ਸਕਦੀ ਹੈ। ਲੇਕਿਨ ਰਿਪੋਰਟ ਆਉਣ ਤੋਂ ਬਾਅਦ 2 ਚੀਜ਼ਾਂ ਅਸੀਂ ਇੱਥੇ ਵਾਈ ਮੀਡੀਆ ਦੇ ਉੱਤੇ ਲਗਾਤਾਰ ਗੱਲ ਕਰ ਰਹੇ ਸੀਗੇ, ਔਰ ਮੈਂ ਖੁਦ ਜ਼ਾਤੀ ਤੌਰ ਤੇ ਪਰਸਨਲੀ ਆਈ ਵਾਜ਼ ਰਿਕੁਐਸਟਿੰਗ ਔਰ ਮੇਬੀ ਆਸਕਿੰਗ ਐਜ਼ ਅ ਜਰਨਲਿਸਟ 2 ਥਿੰਗਸ ਜੇ ਪ੍ਰੀਮੀਅਰ ਡਗ ਫੋਰਡ ਚਾਹੁੰਦੇ ਨੇ ਕਿ ਇਹ ਸਕੈਂਡਲ ਫੇਡ ਅਵੇ ਹੋਏ। ਫੇਡ ਮੈਂ ਇਸ ਲਈ ਕਹਿ ਰਿਹਾ, ਦਿਸ ਮੇ ਨਾਟ, ਦ ਕੰਟਰੋਵਰਸੀ, ਦ ਸਕੈਂਡਲ, ਦ ਗ੍ਰੀਨ ਬੈਲਟ ਸਕੈਂਡਲ may not die down anytime soon. I'm not sure about that, but at least it's going to fade. This is what it looks like. लेकिन हजे opposition और बहुत सारे मेन स्ट्रीम मीडिया के पत्रकार हजे बहुत सारे सवाल डग फोर्ड साहब ਨੂੰ हजे भी पुछ रहे हैं। लेकिन मैं बेसिकली 2 चीज़ां कह रहा सी, एक तो ਜ਼ਮੀਨ ਜਿਹੜੀ ਹੈਗੀ ਹੈ ਗ੍ਰੀਨ ਬੈਲਟ ਦੀ ਜਿਹੜੀ ਸਪੇਸ ਹੈਗੀ ਹੈ, ਮੈਂ ਤੁਹਾਨੂੰ ਵੀਡੀਓਜ਼ ਵੀ ਦਿਖਾ ਰਿਹਾ ਗ੍ਰੀਨ ਬੈਲਟ ਦੇ। ਸੋ ਉਹ ਜਿਹੜੀ ਸਪੇਸ ਹੈ ਗ੍ਰੀਨ ਬੈਲਟ ਦੀ, ਉਹ ਵਾਪਸ ਕਰ ਦਿੱਤੀ ਜਾਵੇ ਉਹ ਜ਼ਮੀਨ ਵਾਸਤੇ, ਨਾ ਉਹ ਜ਼ਮੀਨ ਘਰ ਬਣਾਉਣ ਵਾਸਤੇ, ਕਿਉਂਕਿ ਇੱਥੇ ਤਾਂ ਅਮੀਰਾਂ ਲਈ ਘਰ ਬਣਨੇ ਸੀਗੇ। ਇਟਸ ਨਾਟ ਗੋਇੰਗ ਟੂ ਸੋਲਵ ਐਨੀ ਹਾਊਸਿੰਗ ਕ੍ਰਾਈਸਿਸ, ਅਫੋਰਡੇਬਿਲਿਟੀ ਔਰ ਫॉर दैट ਮੈਟਰ। ਜਦੋਂ ਇਹ ਸਾਰੀ ਕੰਟਰੋਵਰਸੀ ਚੱਲ ਰਹੀ ਸੀ, ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ, ਦਿਸ ਇਜ਼ ਮੀ ਸਿਟਿੰਗ ਔਨ ਦ ਪੈਸੇਂਜਰ ਸੀਟ, ਮੈਂ ਪੈਸੇਂਜਰ ਸੀਟ ਤੇ ਗੱਡੀ ਤੇ ਬੈਠਾ ਹਾਂ, ਔਰ ਦੇयर वाज ਗੁਰਪ੍ਰੀਤ ਜੀ, ਹੀ ਵਾਸ ਡਰਾਈਵਿੰਗ ਮੀ ਅਰਾਊਂਡ, ਔਰ ਇਹ ਗ੍ਰੀਨ ਬੈਲਟ ਦੀ ਮੈਂ ਫੁਟੇਜ ਸਾਰੀ ਖੁਦ ਸ਼ੂਟ ਕਰਕੇ ਲੈ ਕੇ ਆਇਆ ਸੀ। ਇਹ ਗ੍ਰੀਨ ਬੈਲਟ ਤੁਸੀਂ ਦੇਖੋ ਕਿਆ ਖੂਬਸੂਰਤ ਜਗ੍ਹਾ ਹੈ,
ਸੋ ਜਦੋਂ ਜਗ੍ਹਾ ਹੈਗੀ ਹੈ ਸਾਡੇ ਕੋਲ ਘਰ ਬਣਾਉਣ ਲਈ, ਹੋਰ ਅਸੀਂ 15 ਲੱਖ ਨਹੀਂ 1.5 ਮਿਲੀਅਨ ਨਹੀਂ 2 ਮਿਲੀਅਨ ਹੋਮਸ can be constructed at the available land. So why would we need to open up this green belt? So today ਜੋ ਅਸੀਂ ਗੱਲ ਪਹਿਲੀ ਮੰਗ ਕੀਤੀ ਸੀਗੀ, ਮੇਰਾ ਖੁਦ ਪਰਸਨਲੀ ਵੀ, ਮੈਂ ਨਾਟ ਓਨਲੀ ਐਜ਼ ਅ ਜਰਨਲਿਸਟ ਬਟ ਪਰਸਨਲੀ ਵੀ ਮੈਂ ਚਾਹੁੰਦਾ ਸੀਗਾ ਕਿ ਬਿਊਟੀਫੁਲ ਗ੍ਰੀਨ ਬੈਲਟ ਦੈਟ ਓਨਟਾਰੀਓ ਹੈਜ਼, ਦਿਸ ਇਜ਼ ਵਨ ਆਫ ਦ ਲਾਰਜੈਸਟ ਪ੍ਰੋਟੈਕਟਡ ਲੈਂਡਸ ਇਨ ਨਾਰਥ ਅਮਰੀਕਾ। 2005 ਦੇ ਵਿੱਚ ਇਹ ਕਾਨੂੰਨ ਆਇਆ ਸੀਗਾ। ਸੋ ਕਿਆ ਖੂਬਸੂਰਤ ਗ੍ਰੀਨ ਲੈਂਡ ਹੈ, ਐਂਡ ਇਹਦੇ ਵਿੱਚ ਬਹੁਤ ਕੁਛ ਹੈ। ਇਹਦੇ ਵਿੱਚ ਐਗਰੀਕਲਚਰ ਲੈਂਡ ਹੈ, ਫਾਰਮਰਸ ਪ੍ਰੋਡਿਊਸ ਕਰਦੇ ਨੇ, ਬਹੁਤ ਸਾਰੀ ਵਾਈਲਡ ਲਾਈਫ ਇੱਥੇ ਹੈਗੀ ਹੈ, ਬੜੀਆਂ ਸਾਰੀਆਂ ਸਪੀਸ਼ੀਜ਼ ਹੈਗੀਆਂ, ਐਂਡ ਇਟ ਸਪੋਰਟਸ ਜੌਬਸ, ਨੌਕਰੀਆਂ ਸਪੋਰਟ ਕਰਦੀ ਹੈ, ਸਾਡੀ ਇਕੋਨਮੀ ਨੂੰ ਸਪੋਰਟ ਕਰਦੀ ਹੈਗੀ ਆ। ਔਰ ਇਹਨਾਂ ਦਾ ਜਿਹੜਾ ਸਲੋਗਨ ਆ, ਜਿਹੜੇ ਕਿਸਾਨ ਇੱਥੇ ਕੰਮ ਕਰਦੇ ਨੇ, ਇੱਥੇ ਜਿਹੜੇ ਫਾਰਮਰਸ, ਇੱਥੇ ਜਿਹੜੇ ਕਿਸਾਨ ਇੱਥੇ ਕੰਮ ਕਰਦੇ ਨੇ, ਉਹ ਕਹਿੰਦੇ ਆ ਕਿ ਅਸੀਂ ਬਾਹਰੋਂ ਨਹੀਂ ਕਿਤੋਂ ਲੈ ਕੇ ਆਉਂਦੇ, ਵੀ ਸੈਲ ਵਾਟ ਵੀ ਪ੍ਰੋਡਿਊਸ। ਇੱਥੇ ਜਿਹੜੇ ਕਿਸਾਨ ਆ ਇਸ ਗ੍ਰੀਨ ਬੈਲਟ ਦੇ ਵਿੱਚ, ਉਹ ਜੋ ਪ੍ਰੋਡਿਊਸ ਕਰਦੇ ਉਹੀ ਵੇਚਦੇ ਆ ਲਿਆ ਕੇ। ਸੋ ਇੰਨੀਆਂ ਚੰਗੀਆਂ ਚੀਜ਼ਾਂ ਇਸ ਗ੍ਰੀਨ ਬੈਲਟ ਦੀਆਂ ਸੀਗੀਆਂ। ਸੋ ਮੈਂ ਖੁਦ ਜਾ ਕੇ ਸਾਰੀ ਵੀਡੀਓ ਵੀ ਸ਼ੂਟ ਕਰਕੇ ਲੈ ਆਇਆ। ਬਟ ਟੂਡੇ ਆਈ ਥਿੰਕ ਇਟ ਹੈਜ਼ ਕਮ ਟੂ ਆਲਮੋਸਟ ਅ ਫੁੱਲ ਸਰਕਲ। ਜੋ ਲੈਂਡ ਬਾਹਰ ਕੱਢੀ ਗਈ ਸੀਗੀ ਉਹ ਵਾਪਸ ਉਹ ਕਰ ਦਿੱਤੀ ਗਈ। ਇਟ ਵਿਲ ਨਾਟ ਬੀ ਸਵੈਪਡ, ਉਹ ਨਹੀਂ ਲਈ ਜਾਏਗੀ ਘਰ ਬਣਾਉਣ ਵਾਸਤੇ, ਵਿਚ ਇਜ਼ ਵਨ ਗੁੱਡ ਡਿਸੀਜਨ। ਦੂਸਰਾ ਅਸੀਂ ਉਸ ਵੇਲੇ ਮੰਗ ਕਰ ਰਹੇ ਸੀਗੇ ਕਿ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ, ਮੰਤਰੀ ਸਾਹਿਬ ਨੂੰ ਇਸਤੀਫਾ ਦੇ ਦੇਣਾ ਚਾਹੀਦਾ। ਬੜੀ ਵਾਰ ਮੈਂ ਜ਼ਿਕਰ ਕਰ ਚੁੱਕਾ ਹੈਗਾ ਕਿ ਸਾਡੇ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਨੇ, ਕੀ ਉਹ ਕੰਪੀਟੈਂਟ ਹੈ ਕਿ ਨਹੀਂ ਹੈ, whether they are competent to lead or not, ਇਹਦੇ ਤੇ ਮੈਂ ਬੜੀ ਵਾਰ ਗੱਲ ਕਰ ਚੁੱਕਾ ਹਾਂ। I'm not talking about Minister Steve Clark in particular, but ਮੈਂ ਜਨਰਲ ਗੱਲ ਕਰ ਰਿਹਾ। But when you look at this case, obviously ਤੁਹਾਡੇ ਆਪਣੇ $8.2 ਬਿਲੀਅਨ ਦੀ ਡੀਲ ਹੋ ਰਹੀ ਹੋਵੇ ਤੇ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਸਾਰਾ ਕੰਮ ਜਿਹੜਾ ਹੈ ਉਹਨਾਂ ਦੇ ਚੀਫ ਆਫ ਸਟਾਫ ਹੀ ਕਰਦੇ ਰਹੇ ਨੇ, which is definitely questionable। ਤੋਂ the very least is ਕਿ ਕਿਤੇ ਨਾ ਕਿਤੇ ਪ੍ਰੋਸੈਸ ਦੇ ਵਿੱਚ ਗਲਤੀ ਆ। the minister couldn't oversee his own chief of staff, so the very least you could do is, sir, I think you should resign। ਸੋ ਉਹਨਾਂ ਨੇ ਵੀ ਰਿਜ਼ਾਈਨ ਕਰ ਦਿੱਤਾ। ਸੋ ਅਸੀਂ ਇਹ ਦੋ ਚੀਜ਼ਾਂ ਮੰਗ ਕੀਤੀਆਂ ਸੀ, ਦੋਨੋਂ ਚੀਜ਼ਾਂ ਹੋ ਗਈਆਂ। ਐਜ਼ ਅ ਮੈਟਰ ਆਫ ਫੈਕਟ ਚੀਫ ਆਫ ਸਟਾਫ ਦਾ ਵੀ ਇਸਤੀਫਾ ਆ ਗਿਆ। ਇੱਕ ਹੋਰ ਕੈਬਨਿਟ ਮਿਨਿਸਟਰ ਖਾਲਿਦ ਰਸ਼ੀਦ ਜਿਹੜੇ ਹੈਗੇ ਨੇ ਮਿਸਿਸਾਗਾ ਤੋਂ MPP, we've seen him moving not only out of the cabinet ਚੋਂ ਨਹੀਂ ਬਾਹਰ ਹੋਏ, ਕੰਜ਼ਰਵੇਟਿਵ PC ਪਾਰਟੀ ਨੇ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ, ਫੋਰਡ ਸਾਹਿਬ ਨੇ ਉਹਨਾਂ ਨੂੰ ਕਾਕਸ ਚੋਂ ਹੀ ਬਾਹਰ ਕੱਢ ਦਿੱਤਾ, PC ਪਾਰਟੀ ਚੋਂ ਹੀ ਬਾਹਰ ਕੱਢ ਦਿੱਤਾ। he'll sit as an independent। ਸੋ ਇੱਕ ਕਦਮ ਹੋਰ ਅੱਗੇ ਚਲਾ ਗਿਆ। ਸੋ ਆਈ ਥਿੰਕ ਜੇ ਪਹਿਲਾਂ ਹੀ ਪ੍ਰੀਮੀਅਰ ਡਗ ਫੋਰਡ ਸਾਹਿਬ ਇਹ ਦੋਨੋਂ ਕਦਮ ਚੱਕ ਲੈਂਦੇ, ਜ਼ਮੀਨ ਵਾਪਸ ਕਰ ਦਿੰਦੇ ਔਰ ਮੰਤਰੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ, ਤਾਂ ਸ਼ਾਇਦ ਇੰਨਾ ਜ਼ਿਆਦਾ ਨੁਕਸਾਨ ਨਾ ਹੁੰਦਾ। But would he have saved himself from all the embarrassment that he had to face in front of the reporters? I don't know. लेकिन ਅੱਗੇ ਕੀ ਹੋਏਗਾ? Is green belt controversy, green belt scandal, whatever you want to call it, fade ਜ਼ਰੂਰ ਹੋਏਗਾ, but will it die down? It's anybody's guess, because I see the opposition is in no mood to let this go. The media, they definitely want to have more answers on this one. ਅੱਜ ਵੀ ਮੈਂ ਸੁਣ ਰਿਹਾ ਸੀਗਾ, I don't want to go into the details, ਜੇ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੈਗੀ ਆ, should I name the reporter? Anyways, ਤੁਸੀਂ ਜਾਣਦੇ ਹੋ, one of the reporters, ਉਹ ਫੇਰ ਅੱਜ ਡਗ ਫੋਰਡ ਸਾਹਿਬ ਦੇ ਪਿੱਛੇ ਪਏ ਹੋਏ ਸੀਗੇ, ਪੈਸਾ ਕਿੱਥੇ ਗਿਆ ਉਸ ਪਾਰਟੀ ਦਾ, ਉਹ ਪੈਸਾ ਕਿੱਥੇ ਗਿਆ, did it go to your personal account ਜਾਂ ਕਿੱਥੇ ਗਿਆ? ਸੋ ਮੀਡੀਆ ਤਾਂ ਹਜੇ ਵੀ ਨਹੀਂ ਰੁਕ ਰਿਹਾ। ਬਟ ਐਨੀਵੇਜ਼ ਫॉर ਮੀ ਇਹ ਦੋ ਚੀਜ਼ਾਂ ਹੋ ਚੁੱਕੀਆਂ। ਵਿਲ ਕਵਰ ਦਾ ਸਟੋਰੀ ਐਜ਼ ਇਟ ਹੈਪਨਸ। ਵਾਈ ਮੀਡੀਆ ਹਮੇਸ਼ਾ ਤੁਹਾਨੂੰ ਹਰ ਸਟੋਰੀ ਦੇ ਨਾਲ ਅਪਡੇਟਡ ਰੱਖੇਗਾ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਾਈ ਮੀਡੀਆ ਦੇ ਸਾਰੇ ਪਲੇਟਫਾਰਮਸ ਦੇ ਨਾਲ। ਮਿਡਵੀਕ ਨਿਊਜ਼ਪੇਪਰ ਹਰ ਹਫਤੇ ਤੁਹਾਡੀ ਹੱਥ ਦੇ ਵਿੱਚ ਹੁੰਦਾ ਹੈਗਾ। ਗ੍ਰੇਟਰ ਟੋਰਾਂਟੋ ਏਰੀਆ ਤੁਸੀਂ ਰਹਿੰਦੇ ਹੋ, ਮਿਡਵੀਕ ਨਿਊਜ਼ਪੇਪਰ ਤੁਸੀਂ ਇੱਕ ਕਾਪੀ ਲੈ ਕੇ ਜ਼ਰੂਰ ਪੜ੍ਹੋ। ਚੈਨਲ Y Rogers 857, Bell 828, TELUS 2418, Ignite 707 ਹਰ IP ਬਾਕਸ ਦੇ ਉੱਤੇ ਅਵੇਲੇਬਲ ਹੈ। ਤੁਸੀਂ ਜ਼ਰੂਰ ਆਪਣੇ ਫੇਵਰੇਟ ਸੇਵ ਕਰ ਸਕਦੇ ਹੋ। ਸਾਡਾ 24/7 ਆਲ ਇੰਗਲਿਸ਼ ਚੈਨਲ Y+ ਜਿਹੜਾ ਕਿ 24 ਘੰਟੇ 7 ਦਿਨ ਤੁਹਾਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਸਰਵ ਕਰਦਾ ਹੈਗਾ, ਹਰ IP ਬਾਕਸ ਤੇ ਅਵੇਲੇਬਲ ਹੈ। ਬਾਕੀ ਇੱਕ ਬੜਾ ਆਸਾਨ ਤਰੀਕਾ ਹੈਗਾ ਸਾਡੇ ਹਰ ਪਲੇਟਫਾਰਮ ਤੱਕ ਪਹੁੰਚਣ ਦਾ, ਦੈਟ ਇਜ਼ Y TV। ਸੋ ਤੁਸੀਂ ਜੇ Y Media TV, ਮੈਂ ਦੱਸਵਾਂ, Y Media TV ਸਰਚ ਕਰੋਗੇ ਤਾਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਸੋ ਐਪ ਸਟੋਰ ਤੇ ਜਾ ਕੇ Y Media TV ਐਪ ਸਟੋਰ ਦੇ ਉੱਤੇ ਡਾਊਨਲੋਡ ਕਰ ਲਓ, ਐਂਡ ਯੂ ਕੁਡ ਈਜ਼ੀਲੀ stay connected with all our platforms. Hi, this is Priyanka Chopra and you're watching Channel Y. The biggest South Asian media group, Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9। You are watching Channel Y. Channel Y.
Prime Minister, welcome. It's a pleasure to be here. It's a pleasure to be back. If you become the Prime Minister of Canada, what would you do? Undo everything Trudeau has done to cause the crisis in the first place. Online, SouthAsianDaily.com. The biggest South Asian media group. Y Media.